ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਪੰਜਾਬ ਦੀ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈਗਾ ਤੇ ਕੁਝ ਕਹਿ ਰਹੇ ਨੇ ਕਿ ਜੇ ਸਰਕਾਰ ਇੰਟਰਫੇਰੈਂਸ ਕਰਨ ਲੱਗ ਪਈ ਹੈ ਤਾਂ ਇਸ ਦੀ ਵੱਡੇ ਪੱਧਰ ਤੇ ਚਿੰਤਾ ਕਰਨੀ ਚਾਹੀਦੀ। ਇਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ। ਆਖਰਕਾਰ ਕਿਹੜੇ ਲੋਕ ਨੇ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਉਸ ਤੇ ਆਪਣਾ ਹੱਕ ਸਮਝਦੇ ਨੇ। ਇਸ ਤੇ ਮੁੱਦਾ ਬਣਿਆ ਉਹਦਾ ਇਹ ਹੈ ਕਿ ਤੁਸੀਂ ਇੱਕ ਗੁਰਬਾਣੀ ਦਾ ਚੈਨਲ ਦਾ ਕਮਿਟ ਕੀਤਾ ਹੋਇਆ ਲੋਕਾਂ ਨੂੰ। ਇੱਕ ਹੁਣ ਤਾਂ ਚਲੋ ਫਿਰ ਡਿਜੀਟਲ ਪਲੇਟਫਾਰਮਸ ਹੋ ਗਏ, ਇਦੋਂ ਪਹਿਲਾਂ ਤਾਂ ਬਹੁਤ ਹੀ ਮੁਸ਼ਕਿਲ ਸੀਗਾ ਕਿ ਇੱਕ ਪਾਰਟਿਕੂਲਰ ਚੈਨਲਸ ਤੇ ਮਿਲਦਾ ਸੀ, ਉੱਤੇ ਕਮਾਇਆ ਜਾਂਦਾ ਸੀ, ਮਤਲਬ ਕਿ ਉਹਨਾਂ ਦੀ ਇਮੋਸ਼ਨਸ ਵਾਸਤੇ ਸੈਲਿੰਗ ਹੁੰਦੀ ਸੀਗੀ। ਸੋ ਰਾਜਨੀਤਿਕ ਲਾਹਾ ਵੀ ਲਿਆ ਜਾਂਦਾ ਸੀ ਕਿ ਤੁਸੀਂ ਰਾਜਨੀਤਿਕ ਤੌਰ ਤੇ ਵੀ ਡੋਮੀਨੇਟ ਕਰਦੇ ਹੋ ਕਿਉਂਕਿ ਤੁਸੀਂ ਉੱਤੇ ਤੁਹਾਡਾ ਚੈਨਲ ਹੀ ਵੇਖਦੇ ਹੋ। ਕਿ ਉਸ ਵੇਲੇ ਰਿਪੋਰਟ ਬਣਾਉਣ ਦੀ ਤਾਂ ਲੋੜ ਪੈ ਗਈ ਸੀ ਕਿਉਂਕਿ ਉਸ ਨਿੱਜੀ ਚੈਨਲ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਕਹਿ ਦਿੱਤਾ ਸੀਗਾ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਉੱਤੇ ਉਹਨਾਂ ਨੇ ਆਪਣਾ ਕਹਿ ਦਿੱਤਾ ਸੀ ਕਿ ਸਾਡੀ ਇੰਟੈਲੈਕਚੁਅਲ ਪ੍ਰਾਪਰਟੀ ਹੈ, ਇਹਨੂੰ ਕੋਈ ਵਰਤ ਨਹੀਂ ਸਕਦਾ। ਇਸ ਰਿਪੋਰਟ ਦੇ ਵਿੱਚ ਕੀ ਸਰਵੇਖਣ ਹੋਇਆ, ਤੱਥ ਕੀ ਨਿਕਲਿਆ? ਜਿਹੜੇ ਚੈਨਲਸ ਨੂੰ ਇਹ ਦਿੱਤਾ ਗਿਆ ਹੈ ਨਾ ਸ਼ੁਰੂ ਤੋਂ, ਉਹਦੇ ਵਿੱਚ ਕੀ ਸਹੀ ਪ੍ਰੋਸੈਸਸ ਫੋਲੋ ਕੀਤੇ ਗਏ ਕਿ ਨਹੀਂ ਕੀਤੇ ਗਏ, ਸਹੀ ਤਰੀਕੇਕਾਰ ਫੋਲੋ ਕੀਤੇ ਗਏ ਕਿ ਨਹੀਂ ਕੀਤੇ ਗਏ, ਕੀ ਉਹ ਕੇਪੇਬਲ ਸੀਗੀਆਂ ਆਰਗੇਨਾਈਜੇਸ਼ਨਸ ਜਿਨ੍ਹਾਂ ਨੂੰ ਦਿੱਤਾ ਗਿਆ। ETV ਵਾਲਿਆਂ ਨੂੰ ਦਿੱਤਾ, ਉਦੋਂ ਜੋ ਮਤੇ ਪਾਸ ਹੋਏ ਉਹ ਬੀਬੀ ਜੀ ਜਗੀਰ ਕੌਰ ਨੇ ਫੋਲੋ ਨਹੀਂ ਕੀਤੇ, ਉਹਨਾਂ ਨੇ ਆਪ ਦਾ ਇੱਕ ਐਡੌਕ ਡਿਸੀਜਨਸ ਲਏ। ATC ਪੰਜਾਬੀ ਤੋਂ ਜੋ ਸ਼ਿਫਟ ਹੋਇਆ ਉਹਦੇ ਵਿੱਚ ਇਹਨੂੰ PTC ਵਾਲਿਆਂ ਨੇ ਲਿਆ, ਜੀ ਨੈਕਸਟ ਨੇ ਲਿਆ, ਉਹ ਬਹੁਤ ਧੱਕੇ ਜਿਹੇ ਨਾਲ ਲਿਆ ਗਿਆ। ਇੱਕ ਤਰ੍ਹਾਂ ਇੱਕ ਦੇ ਰੈਵਨਿਊ ਨਾ ETC ਨੇ ਦਿੱਤੇ ਦਰਬਾਰ ਸਾਹਿਬ ਨੂੰ, ਨਾ ਇਹਨਾਂ ਨੇ ਦਿੱਤੇ। ਕੀ ਪੈਸੇ ਦਾ ਲੈਣ ਦੇਣ ਹੋਇਆ, ਕਿੱਧਰਲੇ ਪਾਸੇ ਹੋਇਆ? SGPC ਨੂੰ ਪੈਸੇ ਦਿੱਤੇ ਗਏ ਜਾਂ SGPC ਤੋਂ ਪੈਸੇ ਲਏ ਗਏ ਜਾਂ ਕਮਾਈ ਕਿਸ ਤਰੀਕੇ ਨਾਲ ਹੋਈ? ਇਹ ਰਿਪੋਰਟ ਦੇ ਵਿੱਚ ਉਸ ਪੱਖ ਨੂੰ ਘੋਖਣ ਦੀ ਕੋਸ਼ਿਸ਼। ਆਪਾਂ ਨੂੰ SGPC ਨੇ ਸਾਰੇ ਰਿਕਾਰਡਸ ਨਹੀਂ ਆਪਦੇ ਦਿੱਤੇ ਤੇ ਆਪਾਂ ਉਹਨੂੰ ਬੈਂਕਸ ਦੇ ਨਾਲ ਟੈਲੀ ਵੀ ਨਹੀਂ ਕਰ ਸਕੇ ਬਿਕੋਜ਼ ਉਹਨਾਂ ਨੇ ਆਪਾਂ ਨੂੰ ਅਲਾਉ ਨਹੀਂ ਕੀਤਾ। ਇਹ ਚੈਨਲ ਨੇ ਕਮਿਟ ਕੀਤਾ ਸੀ ਕਿ ਅਸੀਂ SGPC ਨੂੰ ਪੈਸੇ ਦੇਵਾਂਗੇ ਇਹ ਰਿਲੇ ਕਰਨ ਦੇ, ਤੇ ਉਹ ਪੈਸੇ ਨਹੀਂ ਦਿੱਤੇ। ਕੰਪਲੀਟਲੀ ਤਾਂ ਨਹੀਂ, ਘੱਟ ਦਿੱਤੇ ਗਏ ਆ। ਉਸ ਤੋਂ ਬਾਅਦ ਅਸੀਂ ਬਹੁਤ ਕੋਸ਼ਿਸ਼ ਕੀਤੀ ਇਹਨਾਂ ਤੋਂ ਅਕਾਊਂਟਸ ਲੈਣ ਦੀ, ਇਹਨਾਂ ਨੇ ਸਾਨੂੰ ਦੁਗਾ ਆਪਦੇ ਨਾਲ ਆਪਦੇ ਅਕਾਊਂਟਸ ਸਾਡੇ ਨਾਲ ਨਹੀਂ ਸ਼ੇਅਰ ਕੀਤੇ, ਪੇਮੈਂਟਸ ਪੂਰੀਆਂ ਨਹੀਂ ਦਿੱਤੀਆਂ ਗਈਆਂ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਕੋਈ ਕਹਿ ਰਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈਗਾ ਉਸ ਨੂੰ ਗਲਬੇ ਦੇ ਵਿੱਚੋਂ ਛਡਾਉਣ ਦੇ ਲਈ ਪੰਜਾਬ ਦੀ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈਗਾ, ਤੇ ਕੁਝ ਕਹਿ ਰਹੇ ਨੇ ਕਿ ਜੇ ਸਰਕਾਰ ਇੰਟਰਫੇਰੈਂਸ ਕਰਨ ਲੱਗ ਪਈ ਹੈ ਤਾਂ ਇਸ ਦੀ ਵੱਡੇ ਪੱਧਰ ਤੇ ਚਿੰਤਾ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰੀ ਦਖਲ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਕਈ ਸਵਾਲ ਉੱਠ ਸਕਦੇ ਨੇ। ਇੱਕ ਰਿਪੋਰਟ ਲਗਭਗ 3 ਸਾਲ ਪਹਿਲਾਂ ਇਹ ਤਿਆਰ ਕੀਤੀ ਗਈ ਸੀ। ਇਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਇਹ ਰਿਪੋਰਟ ਕਿਸ ਤਰੀਕੇ ਨਾਲ ਤਿਆਰ ਕੀਤੀ ਗਈ, ਆਖਰਕਾਰ ਕਿਹੜੇ ਲੋਕ ਨੇ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ ਉਸ ਤੇ ਆਪਣਾ ਹੱਕ ਸਮਝਦੇ ਨੇ, ਤੇ ਇਹ ਵੀ ਕਹਿੰਦੇ ਨੇ ਕਿ ਕੋਈ ਹੋਰ ਵਿਅਕਤੀ ਉਸ ਨੂੰ ਰਿਲੇ ਨਹੀਂ ਕਰ ਸਕਦਾ। ਤੇ ਅੱਜ ਕੱਲ੍ਹ ਇਹ ਵੀ ਚਰਚਾ ਚੱਲ ਰਹੀ ਹੈ ਕਿ ਪੈਸਿਆਂ ਦਾ ਕਮਾਈ ਕੀ ਹੋਈ ਜਾਂ ਨਹੀਂ ਹੋਈ, ਤਾਂ ਲੋਕੀ ਕਹਿੰਦੇ ਨੇ ਕਿ ਪੈਸੇ ਕਮਾਏ ਨਹੀਂ ਗਏ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ। ਅਜੇਪਾਲ ਸਿੰਘ ਬਰਾੜ ਸਾਡੇ ਨਾਲ ਨੇ, ਕਿਉਂਕਿ ਇਸ ਰਿਪੋਰਟ ਨੂੰ ਜਦੋਂ ਤਿਆਰ ਕੀਤਾ ਗਿਆ ਅਹਿਮ ਮੈਂਬਰ ਰਹੇ ਨੇ ਉਸ ਦਾ। ਤੇ ਬਰਾੜ ਸਾਹਿਬ, ਕਿਉਂਕਿ ਬੜੀ ਚਰਚਾ ਚੱਲ ਰਹੀ ਹੈ ਕਿ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈਗਾ ਉਹਦਾ ਇੱਕ ਅਧਿਕਾਰ ਨਹੀਂ ਹੋਣਾ ਚਾਹੀਦਾ, ਗੁਰਬਾਣੀ ਪ੍ਰਸਾਰਣ ਉਚੇਚੇ ਤੌਰ ਤੇ ਸਾਰਿਆਂ ਦਾ ਹੱਕ ਬਣਦਾ, ਪਰ ਨਾਲ ਦੀ ਨਾਲ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਆਪਣੇ ਵੱਲੋਂ, ਕਿਉਂਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਜ਼ਿਆਦਾ ਨੇ, ਤਾਂ ਕਹਿੰਦੇ ਕਿ ਇਹ ਸਰਕਾਰੀ ਇੰਟਰਫੇਰੈਂਸ ਹੈ। ਇਹ ਦੋ ਚੀਜ਼ਾਂ ਨੇ ਪੈਰਲਲ ਚੱਲ ਰਹੀਆਂ ਨੇ। ਮੈਨੂੰ ਲੱਗਦਾ ਕਿ ਦੋਹਾਂ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਰਹੀਆਂ ਨੇ ਇਸ ਵੇਲੇ। ਵੇਖੋ ਜੀ, ਹਾਂ, ਕੌਮ ਨੂੰ ਇੱਕ ਨਾ ਮਤਲਬ ਦੁਵਿਧਾ ਜਾਂ ਇੱਕ ਐਸੀ ਘੜੀ ਚੱਕ ਕੇ ਅਸੀਂ ਖੜ ਗਏ ਹਾਂ ਕਿ ਇੱਕ ਪਾਸੇ ਤਾਂ ਸਰਕਾਰੀ ਇੰਟਰਫੇਰੈਂਸ ਹੋ ਰਿਹਾ ਜਿਹੜਾ ਕਿ ਅਖੀਰ ਮੰਦਭਾਗਾ ਹੀ ਹੁੰਦਾ, ਮਤਲਬ ਉਹਨੂੰ ਆਪਾਂ ਕਿਸੇ ਤਰੀਕੇ ਨਾਲ ਜਸਟੀਫਾਈ ਨਹੀਂ ਕਰ ਸਕਦੇ। ਸ਼ਾਇਦ ਜੇ ਕੋਈ ਥੋੜ੍ਹਾ ਬਹੁਤ ਕੋਈ ਲਾਭ ਹੋ ਜਾਊਗਾ ਤਾਂ ਉਹਦੇ ਨੁਕਸਾਨ ਬਹੁਤ ਵੱਡੇ ਹੋਣਗੇ, ਅੱਗੇ ਇੱਕ ਰਸਤਾ ਖੁੱਲ੍ਹ ਜਾਊਗਾ। ਦੂਸਰੇ ਪਾਸੇ ਇਹ ਹੈ ਕਿ ਇਹਦਾ ਕਾਰਨ ਕੀ ਬਣਿਆ। ਇਹਦਾ ਕਾਰਨ ਇਹ ਬਣਿਆ ਕਿ ਤੁਹਾਡੇ ਅੰਦਰ ਕਮੀਆਂ ਸੀ, ਤੁਹਾਡੇ ਅੰਦਰ ਤੁਸੀਂ ਇਸ ਗਲਤ ਤਰੀਕੇ ਨਾਲ ਚੱਲ ਰਹੇ ਸੀ ਜਿਹਦੇ ਕਰਕੇ ਸਰਕਾਰੀ ਇੰਟਰਫੇਰੈਂਸ ਹੋਇਆ। ਅਤੇ ਇਹ ਹੈਗਾ ਕਿ ਵੀ ਅੰਦਰੋਂ ਤੁਸੀਂ ਜੇ ਇੱਕ ਚੈਨਲ ਨੂੰ ਚਲਾਉਣ ਦੇ ਵਿੱਚ ਕੋਤਾਹੀਆਂ, ਹੋਰ ਵੀ ਬੜੇ ਫੈਕਟਰਸ ਹੈਗੇ, ਬਟ ਇਸ ਜਿਹੜਾ ਹੁਣ ਮੌਕਾ ਇਸ 'ਤੇ ਮੁੱਦਾ ਬਣਿਆ ਉਹਦਾ ਇਹ ਹੈ ਕਿ ਵੀ ਤੁਸੀਂ ਇੱਕ ਗੁਰਬਾਣੀ
ਦਾ ਚੈਨਲ ਦਾ ਕਮਿਟ ਕੀਤਾ ਹੋਇਆ ਲੋਕਾਂ ਨੂੰ, ਇੱਕ ਮਤੇ ਪਾਏ ਹੋਏ ਕਿਸੇ ਆਪ ਦਾ ਬਣਾਵਾਂਗੇ, ਉਹ ਬਣਾਉਣ ਦੀ ਬਜਾਏ ਇੱਕ ਨਿੱਜੀ ਪਰਿਵਾਰ ਦੇ ਚੈਨਲ ਨੂੰ ਜਿਹੜੇ ਕਿ ਵੀ ਉਹਨੂੰ ਐਡਵਾਂਟੇਜ ਦਿੰਦੇ ਜਾ ਰਹੇ ਹੋ, ਲਗਾਤਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹ ਵੀ ਇਸ ਤਰੀਕੇ ਨਾਲ ਚਲਾਉਂਦਾ ਕਿ ਉਹ ਲੋਕਾਂ ਨਾਲ ਸ਼ੇਅਰ ਨਹੀਂ ਕਰਦੇ, ਲੋਕਾਂ ਤੱਕ ਪਹੁੰਚ ਨਹੀਂ ਪਾਉਂਦੀ ਗੁਰਬਾਣੀ ਉਸ ਤਰੀਕੇ ਨਾਲ ਜਿਵੇਂ ਗੁਰੂਆਂ ਦੇ ਨੇ ਕਿਹਾ ਪਹੁੰਚਣੀ ਚਾਹੀਦੀ ਆ। ਹੁਣ ਤਾਂ ਚਲੋ ਫਿਰ ਡਿਜੀਟਲ ਪਲੇਟਫਾਰਮਸ ਹੋ ਗਏ, ਇੱਦੋਂ ਪਹਿਲਾਂ ਤਾਂ ਬਹੁਤ ਹੀ ਮੁਸ਼ਕਿਲ ਸੀਗਾ ਕਿ ਇੱਕ ਪਰਟੀਕੂਲਰ ਚੈਨਲਸ 'ਤੇ ਮਿਲਦਾ ਸੀ, ਉੱਤੇ ਕਮਾਇਆ ਜਾਂਦਾ ਸੀ, ਮਤਲਬ ਕਿ ਉਹਨਾਂ ਦੀ ਇਮੋਸ਼ਨਸ ਵਾਸਤੇ ਸੈਲਿੰਗ ਹੁੰਦੀ ਸੀਗੀ ਇੱਕ ਤਰ੍ਹਾਂ। ਦੂਸਰੀ ਗੱਲ ਆ ਕਿ ਉਹ ਤੋਂ ਰਾਜਨੀਤਿਕ ਲਾਹਾ ਵੀ ਲਿਆ ਜਾਂਦਾ ਸੀ ਕਿ ਤੁਸੀਂ ਰਾਜਨੀਤਿਕ ਤੌਰ 'ਤੇ ਵੀ ਡੋਮੀਨੇਟ ਕਰਦੇ ਹੋ ਕਿਉਂਕਿ ਤੁਸੀਂ ਉੱਤੇ ਤੁਹਾਡਾ ਚੈਨਲ ਹੀ ਵੇਖਦੇ ਆ ਲੋਕ ਜੀ। ਇੱਕ ਬੜੀ ਅਹਿਮ ਚੀਜ਼ ਆ ਇਹ ਬਰਾੜ ਸਾਹਿਬ, ਜਦੋਂ ਇਸ ਰਿਪੋਰਟ ਦੀ ਗੱਲ ਕਰੀਏ ਮੈਨੂੰ ਯਾਦ ਹੈ ਕਿ ਉਸ ਵੇਲੇ ਰਿਪੋਰਟ ਬਣਾਉਣ ਦੀ ਤਾਂ ਲੋੜ ਪੈ ਗਈ ਸੀ ਕਿਉਂਕਿ ਉਸ ਨਿੱਜੀ ਚੈਨਲ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਕਹਿ ਦਿੱਤਾ ਸੀਗਾ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਉੱਤੇ ਉਹਨਾਂ ਨੇ ਆਪਣਾ ਕਹਿ ਦਿੱਤਾ ਸੀ ਕਿ ਸਾਡੀ ਇੰਟੈਲੈਕਚੁਅਲ ਪ੍ਰਾਪਰਟੀ ਹੈ, ਇਹਨੂੰ ਕੋਈ ਵਰਤ ਨਹੀਂ ਸਕਦਾ। ਨੋਟਿਸ ਜਾਰੀ ਹੋ ਗਏ ਸੀ ਸਾਰਿਆਂ ਨੂੰ। ਉਸ ਤੋਂ ਬਾਅਦ ਇਹ ਰਿਪੋਰਟ ਤਿਆਰ ਕਰਨ ਦੀ ਲੋੜ ਪਈ। ਇਸ ਰਿਪੋਰਟ ਦੇ ਵਿੱਚ ਕੀ ਸਰਵੇਖਣ ਹੋਇਆ, ਤੱਥ ਕੀ ਨਿਕਲਿਆ ਹੈ? ਦੇਖੋ ਜੀ, ਇਹਨਾਂ ਰਿਪੋਰਟ ਦੇ ਮੋਟੇ-ਮੋਟੇ ਚਾਰ ਪਾਰਟ ਸੀਗੇ ਆ। ਪਹਿਲਾਂ ਤਾਂ ਇਹ ਹੈ ਕਿ ਵੀ ਜਿਹੜੇ ਚੈਨਲਸ ਨੂੰ ਇਹ ਦਿੱਤਾ ਗਿਆ ਹੈ ਨਾ ਸ਼ੁਰੂ ਤੋਂ, ਉਹਦੇ ਵਿੱਚ ਕੀ ਸਹੀ ਪ੍ਰੋਸੈਸਸ ਫੋਲੋ ਕੀਤੇ ਗਏ ਕਿ ਨਹੀਂ ਕੀਤੇ ਗਏ, ਸਹੀ ਤਰੀਕੇ ਕਾਰ ਫੋਲੋ ਕੀਤੇ ਗਏ ਕਿ ਨਹੀਂ ਕੀਤੇ ਗਏ, ਕੀ ਉਹ ਕੇਪੇਬਲ ਸੀਗੀਆਂ ਆਰਗੇਨਾਈਜੇਸ਼ਨਸ ਜਿਨ੍ਹਾਂ ਨੂੰ ਦਿੱਤਾ ਗਿਆ, ਤਾਂ ਉਹ ਥਾਂ ਦੇ ਉੱਤੇ ਚਾਹੇ ਪਹਿਲਾਂ ਆਪਣਾ ETV ਵਾਲਿਆਂ ਨੂੰ ਦਿੱਤਾ, ਉਦੋਂ ਜੋ ਮਤੇ ਪਾਸ ਹੋਏ ਉਹ ਬੀਬੀ ਜੀ ਜਗੀਰ ਕੌਰ ਨੇ ਫੋਲੋ ਨਹੀਂ ਕੀਤੇ, ਉਹਨਾਂ ਨੇ ਆਪ ਦਾ ਇੱਕ ਐਡੌਕ ਡਿਸੀਜਨਸ ਲਏ ਅਤੇ ਐਡਵਾਂਟੇਜਸ ਦਿੱਤੇ ਉਸ ਆਰਗੇਨਾਈਜੇਸ਼ਨ ਨੂੰ। ਉਦੋਂ ਬਾਅਦ ਜਦੋਂ ETV ਜਾਂ ETC ਪੰਜਾਬੀ ਤੋਂ ਜੋ ਸ਼ਿਫਟ ਹੋਇਆ, ਉਹਦੇ ਵਿੱਚ ਇਹਨੂੰ PTC ਵਾਲਿਆਂ ਨੇ ਲਿਆ ਜਾਂ ਜੀ ਨੈਕਸਟ ਨੇ ਲਿਆ, ਉਹ ਬਹੁਤ ਧੱਕੇ ਜਿਹੇ ਨਾਲ ਲਿਆ ਗਿਆ। ਇੱਕ ਤਰ੍ਹਾਂ ਇੱਕ ਸਾਲ ਉਹ ਕਾਮਨ ਜਿਹਾ ਚੱਲਦਾ ਰਿਹਾ ਅਤੇ ਬੜਾ ਹੈਜ਼ਰਡ ਰਿਹਾ। ਉਹਦੇ ਰੈਵਨਿਊ ਨਾ ETC ਨੇ ਦਿੱਤੇ ਦਰਬਾਰ ਸਾਹਿਬ ਨੂੰ, ਨਾ ਇਹਨਾਂ ਨੇ ਦਿੱਤੇ, ਤਾਂ ਉਹ ਤਾਂ ਲੋਸਟ ਰੈਵਨਿਊ ਕੇਸ ਹੀ ਹੈਗਾ, ਠੀਕ ਹੈ ਜੀ। ਤਾਂ ਉਦੋਂ ਬਾਅਦ ਜਦੋਂ ਅਗਲੀ ਵਾਰ ਸਮਾਂ ਆਇਆ ਤਾਂ ਕੋਈ ਟੈਂਡਰ ਨਹੀਂ ਹੋਇਆ, ਕੁਛ ਨਹੀਂ ਹੋਇਆ, ਸਿੱਧਾ ਚੱਕ ਕੇ ਜੀ ਨੈਕਸਟ ਨੂੰ ਕੰਟਰੈਕਟ ਸਾਈਨ ਕਰ ਲਿਆ ਗਿਆ, ਉਹ ਵੀ 11 ਸਾਲ ਦਾ, ਛੋਟਾ ਮੋਟਾ ਨਹੀਂ। ਅਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਵੀ ਸਾਰੇ ਆਉਣ ਵਾਲੇ ਸਮੇਂ ਦੀਆਂ ਟੈਕਨੋਲੋਜੀਜ਼ ਇਹਨਾਂ ਦੀਆਂ, ਅਤੇ ਵੱਡੀ ਗੱਲ ਹੈ ਜਿਵੇਂ ਆਪਾਂ ਇਜਾਰੇਦਾਰੀ ਦੀ ਗੱਲ ਕਰਦੇ ਹਾਂ, ਉਹ ਇਜਾਰੇਦਾਰੀ ਇਸ ਲੈਵਲ ਤੱਕ ਕਿ ਵੀ ਐਕਸਕਲੂਸਿਵ ਅਤੇ ਐਬਸਲੂਟ ਰਾਈਟਸ ਦੇ ਦਿੱਤੇ ਗਏ। ਸੋ ਹਰ ਤਰੀਕੇ ਨਾਲ ਉਹ ਗਲਤ ਕੰਟਰੈਕਟ ਸਾਈਨ ਹੋਏ ਆ। ਇੱਕ ਸਿਸਟਮਸ ਹੈਗੇ ਆ ਜੀ SGPC ਦੇ, ਆਪਾਂ ਜੇ ਉੱਥੇ ਘਿਓ ਦਾ ਪੀਪਾ ਵੀ ਖਰੀਦਣਾ ਹੈ ਜਾਂ ਕੋਈ ਸਰੋਪਿਆ ਆਪਣਾ ਕੱਪੜਾ ਵੀ ਖਰੀਦਣਾ ਹੈ ਜਾਂ ਕੋਈ ਕੁਛ ਵੀ ਸਮਾਨ ਖਰੀਦਣਾ ਹੈ, ਤਾਂ ਉਹਦੇ ਵਿੱਚ ਤੁਹਾਨੂੰ 3 ਸਾਲ ਦੀਆਂ ਇਨਕਮ ਟੈਕਸ ਰਿਟਰਨਸ ਦੇਣੀਆਂ ਪੈਂਦੀਆਂ। ਹੋਰ 3 ਟੈਂਡਰ ਹੋਰ ਆਏ ਹੁੰਦੇ ਆ, ਤੁਸੀਂ ਪ੍ਰੋਫਿਟੇਬਲ ਹੋਣੀ ਚਾਹੀਦੀ ਹੈ, ਕੰਪੀਟੀਟਿਵ ਹੋਣੇ ਚਾਹੀਦੇ ਹੋ। ਇਹ ਸਾਰਾ ਕੁਝ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਇਹ ਜੀ ਗੱਲ ਹੀ ਨਹੀਂ ਕੀਤੀ ਗਈ, ਮਤਲਬ ਧੱਕੇ ਨਾਲ। ਇਹ ਰਿਪੋਰਟ ਦੇ ਵਿੱਚ ਇੱਕ ਜ਼ਿਕਰ ਜ਼ਰੂਰ ਆਪਾਂ ਕਰਦੇ ਚੱਲੀਏ ਕਿ ਪੈਸੇ ਦਾ ਲੈਣ ਦੇਣ ਹੋਇਆ, ਕਿੱਧਰਲੇ ਪਾਸੇ ਹੋਇਆ, SGPC ਨੂੰ ਪੈਸੇ ਦਿੱਤੇ ਗਏ ਜਾਂ SGPC ਤੋਂ ਪੈਸੇ ਲਏ ਗਏ, ਜਾਂ ਕਮਾਈ ਕਿਸ ਤਰੀਕੇ ਨਾਲ ਹੋਈ। ਇਹ ਰਿਪੋਰਟ ਦੇ ਵਿੱਚ ਉਸ ਪੱਖ ਨੂੰ ਘੋਖਣ ਦੀ ਕੋਸ਼ਿਸ਼ ਆਏ ਆ। ਹਾਂਜੀ, ਉਹਦੇ ਵਿੱਚ ਇਹ ਹੈ ਕਿ ਆਪਾਂ ਨੂੰ SGPC ਨੇ ਸਾਰੇ ਰਿਕਾਰਡਸ ਨਹੀਂ ਆਪਦੇ ਦਿੱਤੇ, ਅਤੇ ਆਪਾਂ ਉਹਨੂੰ ਬੈਂਕਸ ਦੇ ਨਾਲ ਟੈਲੀ ਵੀ ਨਹੀਂ ਕਰ ਸਕੇ ਬਿਕੋਜ਼ ਉਹਨਾਂ ਨੇ ਆਪਾਂ ਨੂੰ ਅਲਾਓ ਨਹੀਂ ਕੀਤਾ। ਆਪਣੇ ਕੋਲ 2015 ਤੱਕ ਦੇ ਰਿਕਾਰਡਸ ਆ, ਉਹ ਅਕਾਊਂਟਸ ਨਾਲ ਲਗਾਏ ਹੋਏ ਇਹਦੇ। ਜੇ 2015 ਤੱਕ ਅਸੀਂ ਲੈਂਦੇ ਹਾਂ ਤਾਂ ਮੇਰੇ ਹਿਸਾਬ ਨਾਲ ਉਹਦੇ ਵਿੱਚ ਲੋਸ ਦਿੱਤਾ ਗਿਆ, ਉਹਨਾਂ ਨੇ ਨਹੀਂ ਪੂਰੀ ਆਦੀ ਪੇਮੈਂਟ ਦਿੱਤੀ ਜੋ ਕਮਿਟ ਕੀਤੀ ਗਈ ਸੀ। ਕਮਿਟ ਪੇਮੈਂਟ ਵੀ ਸਹੀ ਨਹੀਂ ਗਈ, ਉਹ ਵੀ ਆਪਾਂ ਪ੍ਰੂਵ ਕੀਤਾ। ਯਾਨੀ ਕਿ ਚੈਨਲ ਨੇ ਕਮਿਟ ਕੀਤਾ ਸੀ ਕਿ ਅਸੀਂ SGPC ਨੂੰ ਪੈਸੇ ਦੇਵਾਂਗੇ ਇਹ ਰਿਲੇ ਕਰਨ ਦੇ, ਅਤੇ ਉਹ ਪੈਸੇ ਨਹੀਂ ਦਿੱਤੇ। ਕੰਪਲੀਟਲੀ ਤਾਂ ਨਹੀਂ, ਘੱਟ ਦਿੱਤੇ ਗਏ ਆ। ਅਤੇ ਉਹਦੇ ਇਲਾਵਾ ਜਿਹੜੇ ਅਕਾਊਂਟਸ ਆ ਨਾ, ਉਹਨਾਂ 'ਤੇ ਇੰਨਾ ਰਿਲਾਈ ਵੀ ਨਹੀਂ ਕੀਤਾ ਜਾ ਸਕਦਾ ਬਿਕੋਜ਼ ਇਹੋ ਜਿਹੀਆਂ ਮਿਸਟੇਕਸ ਹੈਗੀਆਂ ਜਿਹੜੀਆਂ ਫੰਡਾਮੈਂਟਲ ਟੂ ਅਕਾਊਂਟਸ ਆ ਕਿ ਵਾਊਚਰ ਪਹਿਲਾਂ ਪਏ ਹੋਏ ਆ ਅਤੇ ਪੇਮੈਂਟ 6 ਮਹੀਨੇ ਬਾਅਦ ਆਈ ਵੀ ਆ, ਠੀਕ ਹੈ ਜੀ। ਉਹ ਮਤਲਬ ਉਹ ਤਾਂ ਫਿਰ ਤੁਹਾਡੇ ਅਕਾਊਂਟ ਦੀ ਕੋਈ ਅਥੈਂਟਿਸਿਟੀ ਨਹੀਂ। ਸੋ ਸਾਨੂੰ ਉਦੋਂ ਬਾਅਦ ਅਸੀਂ ਬਹੁਤ ਕੋਸ਼ਿਸ਼ ਕੀਤੀ ਇਹਨਾਂ ਤੋਂ ਅਕਾਊਂਟਸ ਲੈਣ ਦੀ, ਇਹਨਾਂ ਨੇ ਸਾਨੂੰ ਉਦੋਂ ਗਾਂ ਆਪਦੇ ਅਕਾਊਂਟਸ ਸਾਡੇ ਨਾਲ ਨਹੀਂ ਸ਼ੇਅਰ ਕੀਤੇ। ਸੋ ਕੀ ਹੋਇਆ ਕੀ ਨਹੀਂ ਹੋਇਆ ਉਹ ਆਪਾਂ ਕਹਿ ਨਹੀਂ ਸਕਦਾ, ਪਰ ਉਸ ਰਿਕਾਰਡ ਨੂੰ ਵੇਖਦੇ ਹੋਏ ਜੋ ਆਪਣੇ ਕੋਲ ਅਵੇਲੇਬਲ ਆ, ਉਹਨੂੰ ਵੇਖਦੇ ਹੋਏ ਪੇਮੈਂਟਸ ਪੂਰੀਆਂ ਨਹੀਂ ਦਿੱਤੀਆਂ ਗਈਆਂ। ਸੈਕਿੰਡ ਕੀ ਹੁੰਦਾ ਹੈ ਕਿ ਵੀ ਰਾਊਂਡ ਟਿਪਿੰਗ ਕਰਦੇ ਆ ਪੈਸੇ ਦੀ। ਰਾਊਂਡ ਟਿਪਿੰਗ ਇਨ ਦੀ ਸੈਂਸ ਕਿ ਵੀ ਜੇ ਲੈਟਸ ਸੇ 1 ਕਰੋੜ 10 ਲੱਖ ਦਿੱਤਾ, ਠੀਕ ਆ, ਉਹ ਵੀ ਮਤਲਬ 1 ਸਾਲ ਦਿੱਤਾ, ਉਹਨਾਂ ਸਾਲਾਂ ਦੇ ਵਿੱਚ ਕੋਈ ਫੰਕਸ਼ਨਸ ਕਰਾਏ ਗਏ ਜਿਨ੍ਹਾਂ ਦੇ ਵਿੱਚ PTC ਨੂੰ ਪੇਮੈਂਟਸ ਹੋ ਗਈਆਂ। ਸੋ ਹਾਊ ਡੂ ਵੀ ਨੋ ਕਿ ਵਾਟ ਇਜ਼ ਹੈਪਨਿੰਗ, ਹੈ ਨਾ। ਇਹ ਬੜਾ ਕਨਫਿਊਜ਼ਿੰਗ ਹੈਗਾ। ਜਾਂ ਕਿਸੇ ਹੋਰ ਨੂੰ ਪੇਮੈਂਟਸ ਹੋ ਗਈਆਂ, ਲੈਟਸ ਸੇ ਜਿਹੜੀਆਂ ਹੋਰ ਉਹਨਾਂ ਦੀਆਂ ਐਸੋਸੀਏਟਡ ਕੰਪਨੀਜ਼ ਆ ਜਾਂ ਕਿਸੇ ਦੇ ਰੂਟ ਕਰ ਦਿੱਤਾ ਗਿਆ। ਸੋ ਇਹ ਬਹੁਤ ਕੁਛ ਹੋਇਆ ਜੀ, ਅਤੇ ਤਾਂ ਹੀ ਤੁਸੀਂ ਵੇਖੋ ਹੁਣ ਚੀਕਾਂ ਮਾਰਦੇ ਕਿਸੇ ਹੁਣ ਲੋਸ 'ਚ ਆ ਜਾਂ ਉਹਨੂੰ ਪ੍ਰੋਫਿਟ ਨਹੀਂ, ਬਿਕੋਜ਼ ਹੁਣ ਸਰਕਾਰ 'ਚ ਨਹੀਂ ਹੈ। ਇੱਕ ਬੜੀ ਅਹਿਮ ਚੀਜ਼, ਹੁਣ ਸਰਕਾਰੀ ਪੱਖ ਦੇਖ ਲਈਏ, ਜਿਹੜਾ ਵਿਧਾਨ ਸਭਾ ਦੇ ਵਿੱਚ ਮਤਾ ਹੈ, ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ, ਇਹ ਕੀ ਪ੍ਰਥਾ ਸਹੀ ਹੈਗੀ ਹੈ? ਕਿ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤੀ ਰੱਖਦੇ ਹੋ ਕਿ ਸਰਕਾਰ ਇਹ ਐਕਸ਼ਨ ਲਵੇ, ਜਾਂ ਅਸਹਿਮਤ ਹੋ ਇਸ ਚੀਜ਼ ਨਾਲ ਕਿ ਇਹ ਮਾੜਾ ਚੱਲਣ ਹੈਗਾ, ਇਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਤੌਰ 'ਤੇ ਫੈਸਲੇ ਲੈਣਾ ਸ਼ੁਰੂ ਕਰ ਦੇਣਗੀਆਂ? ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ? ਨਹੀਂ, ਇਹ ਤਾਂ ਬਿਲਕੁਲ ਗਲਤ ਹੈ ਜੀ। ਸਰਕਾਰ ਨੂੰ ਇਸ ਤਰੀਕੇ ਦੀ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ ਸਾਡੇ ਸਿਸਟਮਸ ਦੇ ਵਿੱਚ, ਹਾਲਾਂਕਿ ਚਾਹੇ ਇਹੀ ਕਾਰਨ ਬਣੇ ਹੋਣ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਇਹ ਸਰਕਾਰ ਨਾ ਕਰੇ, ਆਉਣ ਵਾਲੇ ਟਾਈਮ ਜੇ ਇਹ ਪ੍ਰੋਸੈਸ ਬਣ ਗਿਆ ਜਾਂ ਇਹ ਰੀਤ ਪੈ ਗਈ
ਫਿਰ ਇਹ ਹਮੇਸ਼ਾ ਹੀ ਐਂ ਹੋਣ ਲੱਗ ਜੂਗਾ, ਜਿਹੜਾ ਕਿ ਬਹੁਤ ਡੇਂਜਰਸ ਆ ਸਾਡੇ ਵਾਸਤੇ। ਠੀਕ ਹੈ, ਇੱਕ ਚੈਨਲ ਨੂੰ ਹਟਾਉਣ ਦੇ ਤਰੀਕੇ 100 ਹੋਰ ਹੋ ਸਕਦੇ ਸੀ, ਜੇ ਉੱਥੇ ਸਿਸਟਮ ਚੰਗਾ, ਸਿਸਟਮਸ ਤੇ ਪ੍ਰੋਸੈਸਸ ਲਗਾਉਣੇ ਉਹਦੇ ਤਰੀਕੇ ਹੋਰ ਹੋ ਸਕਦੇ ਸੀ। ਸਰਕਾਰਾਂ ਜੇ ਮਦਦ ਕਰਨਾ ਚਾਹੁੰਦੀਆਂ ਤਾਂ ਉਹਦੇ ਵਾਸਤੇ ਬਹੁਤ ਹੋਰ ਤਰੀਕੇ ਬੜੀਆਂ ਮਦਦ ਕਰ ਸਕਦੀ ਸੀ, ਜਿਵੇਂ ਫੋਰ ਐਗਜ਼ਾਮਪਲ ਸਟੂਡੀਓਜ਼ ਕ੍ਰੀਏਟ ਕਰਨ 'ਚ ਮਦਦ ਕਰ ਸਕਦੀ ਸੀ, ਇਹਨਾਂ ਦੀ ਜਿਹੜੀ ਫੀਸਾਂ ਹੈ ਉਹਨੂੰ ਵੇਵ ਆਫ ਕਰਨ 'ਚ ਮਦਦ। ਸਰਕਾਰ ਨੇ ਪਿੱਛੇ ਜੇ ਆਫਰ ਵੀ ਕੀਤਾ ਸੀ ਕਿ ਤੁਸੀਂ ਚੈਨਲ ਸ਼ੁਰੂ ਕਰੋ, ਖਰਚਾ ਸਾਰਾ ਪੰਜਾਬ ਸਰਕਾਰ ਕਰੇ। ਚਲੋ ਉਹਨੂੰ ਕਿਸੇ ਹਿਸਾਬ ਨਾਲ ਉਹ ਪਬਲਿਕ ਪ੍ਰੈਸ਼ਰ ਕ੍ਰੀਏਟ ਕਰਦੇ, ਹੋਰ ਕੁਝ ਕਰਦੇ ਐ, ਸਿੱਧਾ ਜਿਹੜਾ ਬਲੇਟੈਂਟ ਆ ਕੇ ਤੁਸੀਂ ਵਿੱਚ ਉਹਦੇ ਪੈ ਗਏ ਹੋ, ਮਤਾ ਪਾਸ ਕਰਤਾ, ਉਹ ਤਾਂ ਬਿਲਕੁਲ ਇੰਟਰਫੇਰੈਂਸ ਆ, ਹੈ ਨਾ। ਅੱਜ ਤੁਸੀਂ ਇਹਦੇ ਵਾਸਤੇ ਮਤਾ ਪਾਸ ਹੋ ਰਿਹਾ, ਅਸੈਪਟ ਕਰ ਰਹੇ ਆਪਾਂ, ਕਹਿੰਦੇ ਹਾਂ ਜੀ ਚਲੋ ਚੰਗਾ ਹੋਇਆ, ਆਹ ਗੱਲ ਹੋ ਗਈ, ਪਰ ਕੱਲ੍ਹ ਨੂੰ ਤਾਂ ਬੜੇ ਹੋਰ ਤਰੀਕੇ ਦੇ ਮਤੇ, ਜਿਵੇਂ ਪਹਿਲਾਂ 1958 'ਚ ਕੈਰੋਂ ਸਾਹਿਬ ਨੇ ਪਾਸ ਕਰਕੇ ਉਹਦਾ ਸਟਰਕਚਰ ਹੀ ਬਦਲਣ ਦੀ ਕੋਸ਼ਿਸ਼ ਕੀਤੀ ਸੀ SGPC ਦੀ, ਤਾਂ ਉਵੇਂ ਇਹ ਵੀ ਕੁਝ ਕਰ ਸਕਦੇ ਆ। ਆਖਰੀ ਸਵਾਲ, ਜਿਸ ਤਰੀਕੇ ਦੇ ਹਾਲਾਤ ਨੇ, ਜਿਸ ਤਰੀਕੇ ਨਾਲ ਇਹ ਮਲਗੋਬਾ ਜਿਹਾ ਬਣਿਆ ਹੋਇਆ, ਜਿਸ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਹਰੇਕ ਧਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, PDC ਜਾਂ ਜਿਹੜੇ ਅਕਾਲੀ ਦਲ ਉਹ ਆਪਣੇ ਹਿਸਾਬ ਨਾਲ ਕਹਿੰਦੇ ਕਿ ਲਾਹਾ ਮਿਲ ਜਾਵੇ ਤੇ ਸਰਕਾਰ ਆਪਣੇ ਤਰੀਕੇ ਨਾਲ ਲੱਗੀ ਹੋਈ ਹੈ, ਤੁਹਾਡੇ ਹਿਸਾਬ ਨਾਲ ਜਿਹੜੇ ਸਿੱਖ ਇਸ ਵੇਲੇ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਦੇਖ ਰਹੇ ਨੇ ਕਿ ਕਿਸੇ ਵੀ ਵਿਅਕਤੀ ਦਾ ਇਸ ਤਰੀਕੇ ਨਾਲ ਏਕਾਧਿਕਾਰ ਨਹੀਂ ਹੋਣਾ ਚਾਹੀਦਾ, ਇਸ ਮਲਗੋਬੇ ਦੇ ਵਿੱਚੋਂ ਨਿਕਲਣ ਦੀ ਰਾਹ ਤੁਹਾਨੂੰ ਕੀ ਨਜ਼ਰ ਆ ਰਹੀ ਹੈ? ਦੇਖੋ, ਜਿਹੜੀ ਤਾਂ ਸਰਕਾਰ ਆ ਜਾਂ SGPC ਦੀ ਮੌਜੂਦਾ ਜਿਹੜੀ ਪ੍ਰਬੰਧਕੀ ਸਿਸਟਮ ਆ ਹੈ ਜਾਂ ਅਕਾਲੀ ਦਲ ਆ, ਇਹ ਤਾਂ ਸਾਰੇ ਆਪਦੇ ਨਿੱਜੀ ਮਫਾਦਾਂ ਜਾਂ ਰਾਜਨੀਤਿਕ ਮਫਾਦਾਂ 'ਤੇ ਲੱਗੇ ਹੋਏ ਆ। ਸਿੱਖ ਸੰਗਤ ਨੂੰ ਇਹ ਚਾਹੀਦਾ ਹੈ ਕਿ ਕੋਈ ਬੋਡੀ ਹੋਵੇ, ਚਾਹੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ, ਚਾਹੇ ਕੁਛ ਲੋਕ ਇਕੱਠੇ ਹੋਣ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਇੱਕ ਗੱਲ ਦਾ ਦਬਾਅ ਬਣਾਉਣ ਕਿ ਬਈ ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਆਪਦਾ ਚੈਨਲ ਚਲਾਵੇ, ਅਤੇ ਜਿਹੜੀਆਂ ਵੀ ਕੁਛ ਸ਼ਰਤਾਂ ਉਹ ਰੱਖਦਾ ਉਹਨਾਂ ਦਾ ਬੋਰਡ ਉਸ ਬੇਸਿਸ 'ਤੇ ਸਾਰਿਆਂ ਨੂੰ ਦੇਵੇ, ਜਿਹੜਾ ਨਹੀਂ ਫੋਲੋ ਕਰਦਾ ਤਾਂ ਬੰਦ ਕਰ ਦਿੱਤਾ ਹੈ। ਠੀਕ ਹੈ, ਦੂਸਰੀ ਗੱਲ ਇਹ ਹੈ ਕਿ ਨਾਲ ਇਹ ਦਬਾਅ ਬਣਾਇਆ ਜਾਵੇ ਕਿ ਇਹ ਅਨਾਊਂਸਮੈਂਟਸ ਹੋ ਜਾਣੀਆਂ, ਇਹ ਪ੍ਰੋਸੈਸ ਚੱਲ ਪਏ, ਤਾਂ ਨਾਲ ਸਰਕਾਰ ਨੂੰ ਵੀ ਕਿਹਾ ਜਾਵੇ ਕਿ ਇਹ ਬਿੱਲ ਨੂੰ ਵਾਪਸ ਲਵੇ, ਕਿਉਂਕਿ ਇਹ ਰਸਤਾ ਨਹੀਂ ਬਣਨਾ ਚਾਹੀਦਾ ਕਦੀ ਹਮੇਸ਼ਾ ਵਾਸਤੇ। ਪਰ ਇਹ ਸਾਰਾ ਕੁਝ ਹੋ ਇਸ ਕਰਕੇ ਰਿਹਾ ਕਿਉਂਕਿ ਅੰਦਰੂਨੀ ਕਮਜ਼ੋਰੀ ਹੈ, ਤਾਂ ਅੰਦਰੂਨੀ ਕਮਜ਼ੋਰੀ ਦਾ ਇੱਕ ਵੱਡਾ ਕਾਰਨ, ਹੋਰ ਵੀ ਬੜੇ ਕਾਰਨ, ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਮੇਂ ਸਿਰ ਇਲੈਕਸ਼ਨਸ ਨਹੀਂ ਹੁੰਦੇ। ਜੇ ਸਮੇਂ ਸਿਰ ਇਲੈਕਸ਼ਨ ਹੋਣ ਲੱਗ ਜਾਣ ਤਾਂ ਜਿਹੜੇ ਗਲਤ ਬੰਦੇ ਆ ਉਹ ਆਊਟ ਹੁੰਦੇ ਰਹਿਣਗੇ। ਇਲੈਕਸ਼ਨਸ ਵੀ ਖੈਰ ਫੇਅਰ ਐਂਡ ਫਰੀ ਹੋਣ, ਚੰਗੇ ਹੋਣ, ਬੈਟਰ ਹੋਣ, ਹੌਲੀ ਇਹ ਨਹੀਂ ਕਹਿ ਸਕਦੇ 100% ਹੋਊਗਾ, ਬਟ ਆਹ ਵਾਲੇ ਹਾਲਾਤ ਨਹੀਂ ਰਹਿਣਗੇ, ਡਰ ਰਹੂਗਾ ਇਲੈਕਸ਼ਨਾਂ ਦਾ। ਹੁਣ 11 ਸਾਲ, 12 ਸਾਲ, ਇੱਕ ਵਾਰੀ 17 ਸਾਲ ਨਹੀਂ ਹੋਏ, ਤਾਂ ਇਹ ਜਿਹੜੀ ਹੈ ਇਹ ਸਾਡਾ ਜਮਹੂਰੀ ਹੱਕ ਤੇ ਡੱਕ ਹੈ। ਇਹਦੇ ਉੱਤੇ ਬਹੁਤ ਸਾਰੀ ਟਿੱਪਣੀ ਇੱਕ ਵਾਰੀ ਹਾਈ ਕੋਰਟ ਨੇ ਵੀ ਕੀਤੀ ਸੀ, ਮਹਿੰਦਰਪਾਲ ਸਿੰਘ ਬਰਾੜ ਵਰਸਸ ਸਟੇਟ ਆਫ ਪੰਜਾਬ ਦਾ 2003 ਦਾ ਕੇਸ ਆ, ਅਤੇ ਉਹਨਾਂ ਨੇ ਕਿਹਾ ਵੀ ਕਿ ਹਰ ਵਾਰੀ ਇਹਨਾਂ ਨੂੰ ਪਹਿਲਾਂ ਕੇਸ ਕਰਨੇ ਪੈਂਦੇ ਆ, ਕੋਰਟ ਜਾਣਾ ਪੈਂਦਾ, ਫਿਰ ਜਾ ਕੇ ਕਿਤੇ ਤੁਸੀਂ ਇਲੈਕਸ਼ਨ ਕਰਾਉਣੇ ਹੋ। ਇਹਦਾ ਮਤਲਬ ਤੁਸੀਂ ਆਰਗੇਨਾਈਜੇਸ਼ਨ ਨੂੰ ਡੈਮੋਕ੍ਰੈਟਿਕ ਜਾਂ ਕਲੀਨ ਰਹਿਣ ਹੀ ਨਹੀਂ ਦੇਣਾ ਚਾਹੁੰਦੇ। ਸੋ ਇਹ ਸਾਡੇ 'ਤੇ ਇੱਕ ਤਰ੍ਹਾਂ ਦਾ ਕਹੋ ਵੀ ਧੱਕਾ ਕਹਿ ਲਓ, ਕਹੋ ਸਾਡਾ ਆਪਣਾ ਰੋਂਗ ਸਾਡਾ ਹੋ ਰਿਹਾ ਸਾਡੇ ਨਾਲ, ਤਾਂ ਇਹ ਜੇ ਨਾ ਹੋਵੇ ਤਾਂ ਆਹ ਚੀਜ਼ਾਂ ਕਾਫੀ ਹੱਦ ਤੱਕ ਸੁਧਰ ਜਾਣ। ਸੋ ਇਹ ਸਨ ਅਜੇਪਾਲ ਸਿੰਘ ਬਰਾੜ, ਬੜੇ ਬੇਬਾਕ ਢੰਗ ਦੇ ਨਾਲ ਦੱਸਿਆ ਹੈਗਾ ਕਿ ਆਖਿਰਕਾਰ ਕਿਸ ਤਰੀਕੇ ਨਾਲ ਗੁਰਬਾਣੀ ਦੀ ਏਕਾਧਿਕਾਰੀ ਕੀਤੀ ਗਈ ਹੈ, ਕਿਸ ਤਰੀਕੇ ਨਾਲ ਉਹਦੇ ਵਿੱਚੋਂ ਲਾਹਾ ਖੱਟਿਆ ਜਾ ਰਿਹਾ। ਬਹੁਤ ਸਾਰੇ ਭੇਦ ਨੇ, ਕਹਿੰਦੇ ਕਿ ਪੈਸਿਆਂ ਦਾ ਜਿਹੜਾ ਲੈਣ ਦੇਣ ਵੀ ਹੋਇਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੰਕਾ ਪੈਦਾ ਕਰਦੀਆਂ ਨੇ। ਸਾਫ਼ ਤੌਰ 'ਤੇ ਇੱਕ ਜ਼ਿਕਰ ਕਰਕੇ ਗਏ ਨੇ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਇਹਨਾਂ ਦੇ ਵਿੱਚ ਸਿੱਧੇ ਤੌਰ 'ਤੇ ਚੀਜ਼ ਕਰਨੀ ਚਾਹੀਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਚੈਨਲ ਚਲਾਉਣਾ ਚਾਹੀਦਾ, ਅਤੇ ਨਾਲ ਦੀ ਨਾਲ SGPC ਦੀਆਂ ਚੋਣਾਂ ਜਿਹੜੀਆਂ ਨੇ ਸਮੇਂ ਸਿਰ ਹੁੰਦੀਆਂ ਰਹਿਣ ਤਾਂ ਇੱਦਾਂ ਦੇ ਮਸਲੇ ਬੜੇ ਆਸਾਨੀ ਦੇ ਨਾਲ ਹੱਲ ਹੋ ਸਕਦੇ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੀ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਸਹਿਯੋਗੀ ਵਿਨੈ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।